ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਜੋ ਕੋ ਪੁੱਤਰ ਕੋ ਭਾਰਜਾ, ਤਜੋ ਕੋ ਮਿੱਤਰ ਕੋ ਦੇਸ਼, ਤਜੋ ਕੋ ਰਾਜ ਕੋ ਮੰਤਰ ਤਜ, ਯਹ ਸਾਚੋ ਉਪਦੇਸ਼। ਤਜੋ ਕੋ ਪੁੱਤਰ ਕੋ ਭਾਰਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਣਕ ਰਿਸ਼ੀ ਜੀ ਦਾ ਲਿਖਿਆ ਹੋਇਆ ਚਾਣਕ ਨੀਤੀ ਸ਼ਾਸਤਰ ਜਾਂ ਚਾਣਕ ਰਾਜਨੀਤੀ ਸ਼ਾਸਤਰ, ਉਹਦੀ ਆਪਾਂ ਵਿਚਾਰ ਪ੍ਰਾਰੰਭ ਕੀਤੀ ਹੈ ਕਥਾਨਕਾਂ ਦੇ ਸਮੇਤ। ਨਮਸਕਾਰ ਮੰਗਲ ਜੋ ਕਵੀ ਜੀ ਨੇ ਕੀਤਾ ਹੈ, ਆਪਣੇ ਸੇਵਾ ਸੈਨਾਪਤੀ ਮਹਾਂਪੁਰਸ਼ਾਂ ਨੇ ਉਹ ਪੜ੍ਹ ਲਿਆ ਹੈ। ਇਸੇ ਪ੍ਰਕਾਰ ਹੋਰ ਜਿਹੜੇ ਚਾਣਕ ਰਿਸ਼ੀ ਜੀ ਨੇ ਬਹੁਤ ਗ੍ਰੰਥਾਂ ਦੇ ਸਮੂਹ ਵਿੱਚੋਂ ਸ਼ਾਸਤਰ ਲਿਖਿਆ ਹੈ, ਉਹ ਵੀ ਦੋਹਰਾ ਹੋ ਗਿਆ। ਸ਼ਬਦ ਛੰਦ ਵਿੱਚ ਗ੍ਰੰਥ ਦੇ ਪੜ੍ਹਨ ਦਾ ਫਲ ਕੀ ਹੋਊਗਾ, ਉਹ ਤੀਸਰਾ ਸ਼ਬਦ ਛੰਦ ਉਹ ਵੀ ਪੜ੍ਹ ਲਿਆ ਹੈ। ਇਹ ਚੌਥਾ ਦੋਹਰਾ ਜਿਹੜੇ ਆ ਉਹ ਹੁਣ ਆਪਾਂ ਪੜ੍ਹਨ ਲੱਗੇ ਹਾਂ। ਮਤਲਬ ਇੱਥੋਂ ਜਿਹੜਾ ਰਾਜਨੀਤੀ ਗ੍ਰੰਥ ਆ ਉਹਦੀ ਪ੍ਰਾਰੰਭਤਾ ਹੁੰਦੀ ਹੈ। ਬੁਰੇ ਮਨੁੱਖ, ਇਸਤਰੀ ਆਦਿਕ ਜਿਹੜੇ ਰਾਜ ਆ, ਹੋਰ ਖੋਟੇ ਮਿੱਤਰ ਮੁੱਤਰ ਹੈਗੇ ਆ, ਇਹ ਸਾਰਿਆਂ ਨੂੰ ਛੱਡਣ ਦੇ ਬਾਰੇ ਚਾਣਕ ਨੀਤੀ ਆਪਣੀ ਸਮੱਤ ਨਾਲ ਕਹਿ ਰਹੇ ਆ। ਗੱਲ ਵੀ ਬਿਲਕੁਲ ਸਹੀ ਆ। ਆਓ ਆਪਾਂ ਹੁਣ ਜੋ ਚਾਣਕ ਨੀਤੀ ਮਹਾਂਪੁਰਸ਼ਾਂ ਨੇ ਗ੍ਰੰਥ ਵਿੱਚ ਲਿਖਿਆ ਹੈ, ਆਓ ਆਪਾਂ ਉਸ ਨੂੰ ਪੜ੍ਹੀਏ। ਤਜੋ ਕੋ ਪੁੱਤਰ ਕੋ ਭਾਰਜਾ। ਚਾਣਕ ਰਿਸ਼ੀ ਜੀ ਕਹਿੰਦੇ ਆ, ਸਮਝ ਲਓ ਜਿਹੜੀ ਵੀ ਗੱਲ ਆਏਗੀ ਉਹ ਚਾਣਕ ਰਿਸ਼ੀ ਕਹਿ ਰਹੇ ਆ। ਕਵੀ ਸੈਨਾਪਤੀ ਜੀ ਨੇ ਹਰੇਕ ਸੰਸਕ੍ਰਿਤ ਦੋਹਰੀ ਦਾ ਉਲੱਥਾ ਸੁਖਾਲਾ ਕੀਤਾ ਆਮ ਬੋਲੀ ਵਿੱਚ, ਉਹ ਆਪਾਂ ਪਿਛੇ ਵਿਚਾਰ ਲਿਆ। ਇਹ ਭਾਈ ਕਪੁੱਤਰ ਕਹੀਏ ਖੋਟਾ ਪੁੱਤਰ, ਕੋ ਨਾਮ ਦਾ ਖੋਟੇ ਦਾ। ਇੱਥੇ ਤਕਰੀਬਨ ਜਿੱਥੇ ਜਿੰਨੇ ਕੋ ਆਈ ਜਾਣਗੇ ਨਾ, ਕੋ ਪੁੱਤਰ, ਕੋ ਮਿੱਤਰ, ਕੋ ਰਾਜ, ਕੋ ਮੰਤਰ, ਇਹ ਸਮਝ ਲਓ ਖੋਟੇ ਦਾ ਵਾਚਕ ਆ। ਠੀਕ ਹੈ ਜੀ। ਤੇ ਪੁੱਤਰ ਦਾ ਅਰਥ ਪੁੱਤਰ ਹੀ ਹੁੰਦਾ। ਖੋਟੇ ਪੁੱਤਰ ਨੂੰ ਤਜੋ ਦਾ ਅਰਥ ਛੱਡੋ, ਛੱਡ ਦੇਣਾ ਕਰੋ। ਤਜੋ ਦਾ ਅਰਥ ਇੰਨਾ ਹੀ ਛੱਡੋ। ਕੋ ਨਾਮ ਖੋਟਾ ਸਮਝ ਲਓ, ਕੋ ਨਾਮ ਭੈੜੇ ਦਾ ਸਮਝ ਲਓ। ਖੋਟਾ ਕੋ ਪੁੱਤਰ ਉਹ ਵੀ ਛੱਡ ਦਿਓ। ਕੋ ਭਾਰਜਾ, ਖੋਟੀ ਜਿਹੜੀ ਭਾਰਜਾ ਨਾਮ ਇਸਤਰੀ ਦਾ, ਕੋ ਨਾਮ ਖੋਟੀ ਦਾ, ਖੋਟੀ ਇਸਤਰੀ ਨੂੰ ਛੱਡ ਦੇਣਾ ਕਰੋ। ਤਜੋ ਕੋ ਮਿੱਤਰ ਕੋ ਦੇਸ਼, ਤੇ ਖੋਟਾ ਮਿੱਤਰ ਜਿਹਦੀਆਂ ਆਦਤਾਂ ਚੰਗੀਆਂ ਨਹੀਂ, ਉਹ ਵੀ ਛੱਡ ਦੇਣੀਆਂ, ਉਹਨੂੰ ਵੀ ਛੱਡ ਦੇਣਾ ਕਰੋ। ਤੇ ਖੋਟਾ ਦੇਸ਼ ਵੀ ਉਹ ਵੀ ਛੱਡ ਦੇਣਾ ਕਰੋ। ਮਤਲਬ ਤਜੋ ਕਪੁੱਤਰ ਭਾਰਜਾ, ਮਾੜੀਆਂ ਆਦਤਾਂ, ਭੈੜੀ ਸੰਗਤ ਕਰਨ ਵਾਲਾ, ਖਾਨਦਾਨ ਦਾ ਨਾ ਮਿੱਟੀ ਵਿੱਚ ਮਿਲਾਉਣ ਵਾਲਾ ਜੇ ਪੁੱਤਰ ਹੋਵੇ ਉਹਨੂੰ ਛੱਡ ਦਿਓ। ਇਸਤਰੀ ਘਰ ਦੀ ਜਿਹੜੀ ਮਾਣ ਮਰਿਆਦਾ 'ਚ ਨਹੀਂ ਰਹਿੰਦੀ, ਕਲੇ ਕਲੇਸ਼ ਰੱਖਦੀ ਆ, ਉਹਦਾ ਵੀ ਤਿਆਗ ਕਰ ਦਿਓ। ਤੇ ਤਜੋ ਕੋ ਮਿੱਤਰ ਕੋ ਦੇਸ਼, ਭੈੜੀ ਸਲਾਹ ਮਸ਼ਵਰਾ ਦੇਣ ਵਾਲਾ ਮਿੱਤਰ ਦਾ ਸਾਥ ਛੱਡ ਦੇਣਾ ਠੀਕ ਆ। ਤੇ ਜਿਸ ਦੇਸ਼ 'ਚ ਇਨਸਾਨ ਦਾ ਮਾਨ ਸਨਮਾਨ ਨਹੀਂ ਹੈਗਾ,
ਉੱਥੇ ਰਹਿਣਾ ਵੀ ਠੀਕ ਨਹੀਂ, ਉਹ ਵੀ ਛੱਡ ਦਿਓ। ਤਜੋ ਕੋ ਰਾਜ ਕੋ ਮੰਤਰ ਤਾਜ। ਫਿਰ ਕੋ ਰਾਜ ਕਹੀਏ ਖੋਟਾ ਰਾਜ, ਜਿਹੜਾ ਮਾੜਾ ਰਾਜ ਹੈ। ਜੇ ਹੁਣ ਤਕਰੀਬਨ ਆ ਮੋਦੀ ਦਾ, ਕੈਪਟਨ ਦਾ, ਇਹ ਚੰਗਾ ਰਾਜ ਨਹੀਂ ਕੋਈ। ਉਹ ਕਰਨ ਕੀ ਡੇ ਵੇਖੋ, ਮੰਤਰੀ ਕਿਹੜੇ ਮੰਤਰੀ ਬਦਫੈਲੀਆਂ 'ਚ ਪਿਆ ਹੋਇਆ, ਤੇ ਦੁਨੀਆ ਜਿਹੜੀ ਮਰ ਰਹੀ, ਇਸ ਕਰਕੇ ਰਾਜ ਵੀ ਉਹ ਕਰਨ ਡੇ। ਜਿਸ ਰਾਜ ਭਾਗ ਵਿੱਚ ਨਿਆਂ ਨਹੀਂ ਨਾ ਹੈਗਾ, ਉਹ ਖੋਟਾ ਰਾਜ। ਉਹ ਖੋਟਾ ਰਾਜ ਵੀ ਛੱਡ ਦੇਣਾ ਕਰੋ, ਉਹ ਨਹੀਂ ਚਾਹੀਦਾ। ਉਹ ਮੰਤਰ ਤਾਜ ਹੈ, ਤੇ ਮੰਤਰ ਹੁੰਦਾ ਸਲਾਹ। ਕੋ ਮੰਤਰ ਹੁੰਦਾ ਖੋਟਾ ਸਲਾਹ, ਮਤਲਬ ਖੋਟੀ ਸਲਾਹ ਦੇਣ ਵਾਲਾ ਵੀ ਛੱਡ ਦਿਓ। ਜਾਂ ਮੰਤਰ ਨਾ ਮੰਤਰੀ ਦਾ ਹੈ, ਖੋਟਾ ਮੰਤਰੀ ਨਾ ਜਿਹੜਾ ਮਾੜੀ ਸਲਾਹ ਦੇਣ ਵਾਲਾ, ਖੋਟਾ ਮੰਤਰੀ ਵਜ਼ੀਰ, ਉਹ ਵੀ ਛੱਡ ਦੇਣਾ ਕਰੋ। ਕਵੀ ਜੀ ਕਹਿੰਦੇ ਆ, ਯਹ ਸਾਚੋ ਉਪਦੇਸ਼। ਇਹੋ ਯਹ ਕਹੀਏ, ਯਹ ਦਾ ਅਰਥ ਇਹੀ ਜਿਹੜਾ ਨਾ ਸੱਚਾ ਸਹੀ ਉਪਦੇਸ਼ ਆ, ਇਹੀ ਯੋਗ ਉਪਦੇਸ਼ ਸਿੱਖਿਆ ਵਾ। ਇਹ ਚੰਗੀ ਸਿੱਖਿਆ ਨੂੰ ਛੱਡ ਦੇਣਾ ਕਰੋ। ਇਹ ਜਿੰਨੇ ਤੁਹਾਨੂੰ ਦੱਸ ਦਿੱਤੇ ਆ। ਜਿਹੜਾ ਖੋਟਾ ਪੁੱਤਰ ਖੋਟੇ ਕਰਮਾਂ ਦੇ ਕਾਰਨ ਕਰਕੇ ਜਿਉਂਦਿਆਂ ਹੀ ਮਾਪਿਆਂ ਨੂੰ ਨਰਕ ਵਿੱਚ ਪਾ ਕੇ ਸਾਰੀ ਕੁੱਲ ਨੂੰ ਕਲੰਕਿਤ ਕਰ ਦਿੰਦਾ, ਘਰ ਦੇ ਧਨ ਪਦਾਰਥਾਂ ਦਾ ਨਾਸ਼ ਕਰਦਾ। ਕਈ ਤੇ ਅਜਿਹੇ ਵੀ ਹੁੰਦੇ ਹਨ ਜੋ ਆਪਣੇ ਮਾਪਿਆਂ ਨੂੰ ਕਲੇਸ਼ ਵਿੱਚ ਪਾ ਕੇ ਆਪ ਅਜਿਹੇ ਕੁਕਰਮ, ਜੂਏਬਾਜ਼ੀ, ਚੋਰੀ, ਯਾਰੀ, ਠੱਗੀ, ਵਿਭਚਾਰ ਕਰਮ ਕਰਦੇ ਆ। ਇਸ ਕਰਕੇ ਮਾਂ ਬਾਪ ਨੂੰ ਥਾਂ ਥਾਂ ਤੇ ਅਨਾਦਰ ਸਹਿਣਾ ਪੈਂਦਾ, ਇੱਜ਼ਤ ਗਵਾਉਣੀ ਪੈਂਦੀ, ਥਾਣਿਆਂ ਕਚਹਿਰੀਆਂ 'ਚ ਭੁਗਤਣੇ ਪੈਂਦੇ ਇਹੋ ਜਿਹੇ ਲੜਕੇ ਨੂੰ ਜੰਮ ਕੇ। ਇਸ ਲਈ ਪੁੱਤਰ ਇਹੋ ਜਿਹੇ ਦਾ ਤਿਆਗ ਕਰਨਾ ਠੀਕ ਹੈ। ਸ਼ਾਸਤਰਕਾਰਾਂ ਨੇ ਅਜਿਹੇ ਪੁੱਤਰ ਨਾਲ ਪੁੱਤਰ ਦਾ ਨਾ ਹੋਣਾ ਹੀ ਚੰਗਾ ਮੰਨਿਆ। ਗੁਰੂ ਸਾਹਿਬ ਵੀ ਕਹਿੰਦੇ, ਜਿਨ ਹਰ ਹਿਰਦੇ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਆ ਜਿੰਨੇ ਉੱਤੇ ਖੋਟੇ ਕਰਮ ਦੱਸੇ ਨਾ, ਜੂਏਬਾਜ਼ੀ, ਚੋਰੀ, ਯਾਰੀ, ਠੱਗੀ, ਵਿਭਚਾਰ, ਇਹਨੂੰ ਚੰਗੀ ਤੇ ਮਾਂ ਬਾਂਝ ਹੀ ਰਹਿੰਦੀ। ਕਦੀ ਥਾਣੇ, ਕਦੀ ਪਿੰਡ 'ਚ ਲਾਈ, ਕਦੀ ਕਿਤੇ ਲਾਈ ਹੁੰਦੀ ਹੈ। ਇਹਦਾ ਕੋਈ ਫਾਇਦਾ ਨਹੀਂ। ਖੋਟੇ ਲੱਛਣਾਂ ਵਾਲੀ ਇਸਤਰੀ ਤੋਂ ਵੀ ਕਦੀ ਸੁੱਖ ਪ੍ਰਾਪਤ ਨਹੀਂ ਹੁੰਦਾ। ਇਹਨੂੰ ਤਾਂ ਛੱਡਣ ਨੂੰ ਕਿਹਾ। ਜੋ ਆਪਣੀ ਕੁੱਲ ਦੀ ਸ਼ਰਮ ਲਾ ਕੇ ਨਿਸੰਗ ਹੋ ਕੇ ਖੋਟੇ ਕਰਮ ਕਰਦੀ ਆ, ਉਹ ਜਿਉਂਦੇ ਹੀ ਆਪਣੇ ਪਤੀ ਨੂੰ ਨਰਕ ਵਿੱਚ ਸੁੱਟਦੀ। ਇਸ ਲਈ ਇਹੋ ਜਿਹੀ ਇਸਤਰੀ ਦਾ ਵੀ ਤਿਆਗ ਕਰ ਦੇਣਾ ਠੀਕ ਹੈ। ਖੋਟੇ ਮਿੱਤਰ ਨੂੰ ਹੀ ਛੱਡੋ, ਕਹਿੰਦੇ ਕਦੇ ਲਾਭ ਪ੍ਰਾਪਤ ਨਹੀਂ ਹੁੰਦਾ। ਉਹ ਸਦਾ ਭੈੜੀ ਸਲਾਹ ਹੀ ਦਊਗਾ, ਤਾਂ ਕਹਿੰਦੇ ਖੋਟੇ ਮਿੱਤਰ ਹੀ ਛੱਡਦੇ ਹੋ। ਖੋਟਾ ਆਦੇਸ਼, ਜਿੱਥੇ ਸਨਮਾਨ ਨਾ ਮਿਲਦਾ ਹੋਵੇ, ਨਿਆਂ ਨਾ ਮਿਲਦਾ ਹੋਵੇ, ਲੜਾਈ ਝਗੜਾ ਸਗੋਂ ਦੂਣਾ ਬਣਿਆ ਰਹਿੰਦਾ, ਇਹੋ ਜਿਹੇ ਦੇਸ਼ ਨੂੰ ਛੱਡ ਦੇਣਾ ਹੀ ਚੰਗਾ। ਫਿਰ ਖੋਟਾ ਰਾਜ ਛੱਡਣ ਨੂੰ ਕਿਹਾ, ਕਿਉਂਕਿ ਅਨਿਆਈ ਰਾਜੇ ਸੀ ਮੁਕੱਦਮ ਕੁੱਤੇ ਜਾਏ ਬੈਠੇ ਜਗਾਇਣ ਸੁੱਤੇ ਵਾਲੀ ਹਾਲਤ ਹੋਈ ਪਈ ਹੁਣ ਤੇ ਪੂਰਾ ਹੀ ਆ ਸਮੇਂ ਵਿੱਚ। ਜਿੱਥੇ ਰਾਜ ਵਿੱਚ ਕੋਈ ਸੁੱਖ ਤੇ ਪਾ ਨਹੀਂ ਸਕਦਾ, ਸਗੋਂ ਚਿੰਤਾ ਹੀ ਗੁਜ਼ਰਦੀ ਆ, ਤੇ ਉਹ ਭਾਈ ਛੱਡ ਦਿਓ। ਕਹਿੰਦੇ ਕਵੀ ਚਾਣਕੇ ਜੀ ਕਹਿੰਦੇ, ਛੱਡ ਦਿਓ ਔਰ ਖੋਟਾ ਰਾਜ ਭਾਗ। ਕੁਮੰਤਰੀ ਜੀ ਦਾ ਖੋਟਾ ਰਾਜ ਭਾਗ, ਜਿਹੜੇ ਖੋਟੇ ਰਾਜ ਦਾ ਰਾਜ ਹੈ ਨਾ, ਉਹ ਇਲਾਕੇ ਨੂੰ ਛੱਡ ਦਿਓ। ਵਜ਼ੀਰ ਵੀ ਛੱਡ ਦਿੰਦੇ ਜੋ ਕਿ, ਕਿਉਂਕਿ ਖੋਟਾ ਵਜ਼ੀਰ ਕਦੀ ਚੰਗੀ ਸਲਾਹ ਨਹੀਂ ਦਊਗਾ, ਸਗੋਂ ਰਾਜੇ ਦੀ ਜੁੱਤੀਆਂ ਪਵਾਊ ਵੱਧ ਤੋਂ ਵੱਧ। ਇਹ ਸੱਚ ਉਪਦੇਸ਼ ਹੈ, ਇਹੀ ਸੱਚਾ ਉਪਦੇਸ਼ ਆ, ਸੱਚੀ ਸਿੱਖਿਆ ਆ ਭਾਈ। ਛੱਡ ਦੋ ਚੰਗੇ ਰਹੋ, ਇਹੀ ਯੋਗ ਆ। ਇਹ ਜਿਹੜਾ ਉੱਪਰ ਦੱਸਿਆ, ਇਹਨਾਂ ਦੀ ਹੋਰ ਖੋਲ ਕੇ ਵਿਆਖਿਆ ਚਾਣਕੇ ਜੀ ਨੇ ਬਾਰ-ਬਾਰ ਕਰੀ ਜਾਣੀ।
ਪੂਰਾ ਪੱਕਿਆਂ ਕਰ ਦੇਣਾ ਵੀ ਹੁਣੇ ਛੱਡ ਹੀ ਦਿਓ। ਦੋਹਰਾ ਪੁੱਤਰ ਕੋ ਨਾਰ ਤਰੀਆ। ਹੇ ਭਾਈ, ਜੇਕਰ ਪੁੱਤਰ ਆਗਿਆਕਾਰੀ ਨਾ ਹੋਵੇ, ਮਾੜੀ ਸੰਗਤ ਵਿੱਚ ਬੈਠ ਜਾਂਦਾ ਹੋਵੇ ਹੈਂ, ਤੇ ਉਹ ਪੁੱਤਰ ਹੁਣ ਮਾੜੀ ਸੰਗਤ ਦਾ ਸ਼ਿਕਾਰ ਹੋ ਗਿਆ ਤੇ ਖੋਟਾ ਹੋ ਗਿਆ, ਪੁੱਤਰ ਨਹੀਂ ਰਹਿ ਗਿਆ। ਉਹ ਪੁੱਤਰ ਜਿਹੜਾ ਕੁਪੁੱਤਰ ਬਣ ਗਿਆ ਖੋਟਾ ਮਾੜੀ ਸੰਗਤ ਕਰਕੇ, ਤੇ ਕੋ ਨਾਰ ਤਰੀਆ, ਘਰ ਵਾਲੀ ਪਤ ਚੱਲਣ ਜਿਹੜੀ ਹੋ ਜੇ, ਕਹਿਣੇ ਵਿੱਚ ਨਾ ਹੋਵੇ। ਇੱਕ ਹੁੰਦੀ ਨਾਰ, ਇੱਕ ਦੀ ਕੁਨਾਰ। ਨਾਨਕ ਨਾਰੀ ਵਿੱਚ ਕੁਨਾਰ ਗੁਰਬਾਣੀ 'ਚ ਜਿਵੇਂ ਹੁੰਦਾ। ਕੁਨਾਰ ਭਾਵ ਖੋਟੀ ਨਾਰ, ਵਿਚਾਰਨ ਇਸਤਰੀ ਇਹੋ ਜਿਹੀ ਪਦ ਚੱਲਣ ਦੀ ਬਣ ਜੇ, ਕਹਿਣੇ ਵਿੱਚ ਨਾ ਰਵੇ। ਇਹ ਜਿਹੜੀ ਤਰੀਆ ਇਸਤਰੀ ਆ, ਖੋਟੀ ਇਸਤਰੀ ਆ। ਕੁਨਾਰ ਦਾ ਅਰਥ ਸਿੱਧਾ ਜਾਵੇ ਵਿਚਾਰਨ, ਖੋਟੀ ਤਰੀਆ ਕਹੀਏ ਇਸਤਰੀ। ਮਿੱਤਰ ਉਪਦੇਸ਼। ਫਿਰ ਮਿੱਤਰ ਜਿਹੜਾ ਵਾ ਉਹ ਵੀ ਕੁਮਿੱਤਰ ਹੋ ਜਾਵੇ, ਭਾਵ ਮਿੱਤਰ ਨਾ ਰਹੇ, ਖੋਟਾ ਹੋ ਜਾਵੇ। ਬਸ ਦੋਸਤੀ ਤੇ ਨਾਂ ਦੇ ਕਲੰਕੀ ਹੋਵੇ। ਫਿਰ ਕੋ ਦੇਸ਼, ਤੇ ਦੇਸ਼ ਵੀ ਖੋਟਾ ਹੋਵੇ। ਕੋ ਦੇਸ਼ ਖੋਟਾ ਦੇਸ਼ ਹੋਵੇ, ਜਿਸ ਦੇਸ਼ ਵਿੱਚ ਮਨ ਦੀ ਸ਼ਾਂਤੀ ਭੰਗ ਹੁੰਦੀ ਹੋਵੇ। ਇਹੋ ਜਿਹੀ ਹਾਲਤ ਹੋ ਜੇ। ਭੂਪ ਕੋ ਮੰਤਰਿਆ, ਤੇ ਕਿਸੇ ਦੇ ਦੇਸ਼ ਦਾ ਰਾਜ ਜਿਹੜਾ ਭੂਪ ਰਾਜਾ, ਉਹ ਵੀ ਕਪੂਪ ਕਹੀਏ ਖੋਟਾ ਰਾਜਾ ਹੋ ਜਾਵੇ। ਫਿਰ ਕੁਮੰਤਰੀਆ, ਮੰਤਰੀ ਜਿਹੜਾ ਵਜ਼ੀਰ ਆ, ਉਹ ਵੀ ਉਦੋਂ ਖੋਟਾ ਰਾਜਾ, ਮੰਤਰੀ ਵੀ ਖੋਟਾ ਹੀ ਹੋ ਜਾਵੇ। ਕੁਮੰਤਰੀ ਆ, ਖੋਟਾ ਮੰਤਰੀ ਹੋ ਜਾਏ। ਇਹ ਖਟ ਮਹਾ ਕਲੇਸ਼। ਤਦ ਇਹ ਜਿਹੜੇ ਆ ਨਾ, ਕਹਿੰਦੇ ਤਦ ਇਹ ਜਿਹੜੇ ਖਟ ਕਹੀਏ, ਛੇ ਮਹਾ ਕਹੀਏ ਬਹੁਤ ਵੱਡੇ ਕਲੇਸ਼, ਦੁੱਖ ਦਾ ਕਾਰਨ ਹੋ ਜਾਂਦੇ। ਇਹ ਛੇ ਹਮੇਸ਼ਾ ਇਨਸਾਨੀ ਜ਼ਿੰਦਗੀ ਵਿੱਚ ਜ਼ਹਿਰ ਹੀ ਘੋਲਦੇ ਆ। ਜੇ ਪੁੱਤਰ ਨਾ ਰਹੇ, ਇਸਤਰੀ ਨਾ ਰਹੇ, ਮਿੱਤਰ ਨਾ ਰਹੇ, ਹਾਂਜੀ, ਤੇ ਇਤੋਂ ਕੋਈ ਸੁੱਖ ਦੀ ਆਸ ਨਹੀਂ ਰਹਿੰਦੀ। ਇਹਦੇ ਦੁੱਖ ਦਾ ਘਰ ਹੀ ਬਣ ਜਾਂਦੇ ਉਲਟਾ। ਰਾਜਾ ਕੋ ਨਿਆਂ ਕਰ ਲਗ ਪਵੇ, ਵੇ ਨਿਆਈ ਕਰੇ, ਸਲਾਹਕਾਰ ਵਜ਼ੀਰੀ ਚੰਗੀ ਨੇਕ ਸਲਾਹ ਨਾ ਦੇਵੇ। ਇਹ ਖਟ ਮਾਂ, ਇਹ ਛੇ ਜਿਹੜੇ ਆ ਨਾ, ਮਹਾਂ ਕਹੀਏ ਬਹੁਤ ਵੱਡੇ ਕਲੇਸ਼ ਦੁੱਖ ਹੋ ਜਾਂਦੇ। ਕਬੂਤਰ, ਖੋਟੀ ਇਸਤਰੀ, ਖੋਟਾ ਮਿੱਤਰ, ਖੋਟਾ ਦੇਸ਼, ਖੋਟਾ ਰਾਜਾ, ਖੋਟਾ ਮੰਤਰੀ। ਛੇ ਗਿਣਤੀ। ਪਿੰਡ ਕਬੂਤਰ ਕੋ ਨਾਰ ਹਿਤ। ਫਿਰ ਕਬੂਤਰ ਕੋ ਨਾਰ, ਕਬੂਤਰ ਕਹੀਏ ਜਿਹੜਾ ਖੋਟਾ ਪੁੱਤਰ ਆ, ਖੋਟੇ ਪੁੱਤਰ, ਤੇ ਕੁਨਾਰ ਖੋਟੀ ਇਸਤਰੀ ਆ ਜਿਹੜੀ, ਭੈੜਾ ਪੁੱਤਰ ਜੋ ਖਾਨਦਾਨ ਨੂੰ ਬਦਨਾਮ ਕਰਾਵੇ, ਉਹ ਖੋਟਾ ਪੁੱਤਰ ਆ। ਕੁਨਾਰ ਜਿਹੜੀ ਵੀ ਖੋਟੀ ਇਸਤਰੀ ਵੇ ਵਿਚਾਰ ਵੱਧ ਚੱਲਣ। ਤੇ ਫਿਰ ਪਿੰਡ ਜਿਹੜਾ ਮਾੜਾ ਪਿੰਡ ਤੇ ਰਹੀਦਾ, ਪਿੰਡ ਹੁੰਦਾ ਨਾ ਆਪਣੇ, ਜੇ ਪਿੰਡ ਭਜੇ ਗਾਉਂ, ਪਿੰਡ ਵਿਲੇਜ। ਤੇ ਸੁੱਖ ਕੁਮਿੱਤਰ ਕੋ ਦੇਸ਼। ਫਿਰ ਕੋ ਮਿੱਤਰ, ਖੋਟੇ ਮਿੱਤਰ ਦਾ ਸੁੱਖ। ਕੋ ਦੇਸ਼, ਅਸ਼ਾਂਤ ਜਿਹੜਾ ਦੇਸ਼ ਆ, ਖੋਟਾ ਦੇਸ਼ ਆ। ਭਾਵ ਉਹਨਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਜਿਹੜਾ ਹੈ ਨਾ, ਇਹਨਾਂ ਖੋਟੇ ਪਿੰਡ, ਮਾੜੇ ਪਿੰਡ ਦਾ, ਠੀਕ ਆ ਜੀ,
ਤੇ ਖੋਟੀ ਇਸਤਰੀ ਦਾ ਤੇ ਖੋਟੇ ਪੁੱਤਰ ਦਾ ਜਿਹੜਾ ਹਿੱਤ ਕਹੀਏ, ਪਹਿਲਾ ਅਰਥ ਹਿੱਤ ਜਿਹੜਾ ਪ੍ਰੇਮ ਕਰਨਾ, ਤੇ ਸੁਖ ਕੋ ਮਿੱਤਰ ਕੋ ਦੇਸ਼, ਖੋਟੇ ਮਿੱਤਰ ਦਾ ਸੁਖ ਤੇ ਖੋਟੇ ਦੇਸ਼ ਦਾ ਸੁਖ, ਇਹ ਤੇ ਕਹਿੰਦੇ ਛੱਡ ਹੀ ਦਿਓ, ਇਹਨਾਂ ਸਭ ਦਾ ਤਿਆਗ ਕਰਨਾ ਹੀ ਠੀਕ ਹੈ। ਇਹਦਾ ਕੋਈ ਲਾਹਾ ਨਹੀਂ ਆ, ਠੀਕ ਆ ਜੀ, ਇਹਦਾ ਕੋਈ ਲਾਹਾ ਨਹੀਂ, ਐਵੇਂ ਸਮਝਦਾ ਵੀ ਖੋਟੇ ਮਿੱਤਰ ਦਾ ਸੁੱਖ ਨਹੀਂ ਕਦੀ ਹੁੰਦਾ, ਜਾਂ ਐਵੇਂ ਬਣਦਾ ਕਿ ਕਬੂਤਰ ਕੋ ਨਾ ਰਹੇ ਤਾਂ ਕਬੂਤਰ ਖੋਟੇ ਪੁੱਤਰ ਕੋ ਨਾਰ ਕਹੀਏ ਖੋਟੀ ਇਸਤਰੀ ਦਾ ਪਿੰਡ ਕਹੀਏ ਸਰੀਰ ਨਾਲ ਜਿਹੜਾ ਹਿੱਤ ਕਹੀਏ ਪ੍ਰੇਮ ਕਰਨਾ, ਇਹ ਛੱਡ ਦਿਓ। ਜਾਂ ਵੀ ਇੱਦਾਂ ਵੀ ਖੋਟੇ ਪੁੱਤਰ ਤੇ ਖੋਟੀ ਇਸਤਰੀ ਦਾ ਜਿਹੜਾ ਹਿੱਤ ਹੈ ਨਾ, ਇਹਦੇ ਹਿੱਤ ਕਹੀਏ ਵਾਸਤੇ ਆਹੋ ਉਹਨਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਨਾ ਕਹਿੰਦੇ ਪਿੰਡ ਹੀ ਗਾਉਂ ਹੀ ਛੱਡ ਦਿਓ, ਐਵੇਂ ਨਾ ਬੈਠੇ ਰਹੋ ਉੱਥੇ, ਫਿਰ ਸਿਆਪਾ ਪੈ ਸਕਦਾ। ਸੁਖ ਕੋ ਮਿੱਤਰ ਕੋ ਦੇਸ਼, ਖੋਟੇ ਮਿੱਤਰ ਤੇ ਖੋਟੇ ਦੇਸ਼ ਦਾ ਸੁੱਖ ਵੀ ਤਿਆਗ ਦੇਣਾ ਕਰੋ, ਹੈਂ। ਜਾਂ ਵੀ ਖੋਟੇ ਮਿੱਤਰ, ਖੋਟੇ ਦੇਸ਼ ਦਾ, ਖੋਟੇ ਪੁੱਤਰ ਦਾ, ਖੋਟੀ ਨਾਰ ਦਾ, ਇਹ ਜਿਹੜੇ ਚਾਰੇ ਚੀਜ਼ਾਂ ਨਾ, ਇਹਨਾਂ ਚਾਰੇ ਚੀਜ਼ਾਂ ਨੂੰ ਪਿੰਡ ਕਿ ਜਿਹੜਾ ਸਰੀਰ ਨਾ, ਸਰੀਰ ਦੇ ਹਿੱਤ ਕਹੀਏ ਵਾਸਤੇ ਜਿਹੜਾ ਸੁੱਖ ਹੈ, ਇਹ ਸੁੱਖ ਮਿਲਦਾ ਪਦਫੈਨੀਆਂ ਕਰਨ ਨੂੰ ਸਮਾਂ ਮਿਲਦਾ, ਸਰੀਰ ਦੇ ਸੁੱਖ ਵਾਸਤੇ ਇਹ ਇੱਥੇ ਨਾ ਬੈਠੇ ਰਹੋ, ਇਹਨਾਂ ਚੌਹਾਂ ਦਾ ਤਿਆਗ ਹੀ ਕਰ ਦਿਓ, ਛੱਡ ਦਿਓ। ਅਭੈ ਕੋ ਰਾਜ ਕੋ ਮੰਤਰ ਹਿਤ, ਅਭੈ ਨਿਰਭੈਤਾ ਦੇ ਭੈ ਆ ਨਾਮ ਰਹਿੰਦਾ, ਭਾਵ ਨਿਰਭੈਤਾ ਦੇ ਸਹਿਤ, ਭਾਵ ਅਨਿਆਂ ਕਰਨ ਵਾਲਾ ਜਿਹੜਾ ਅਭੈ ਕੋ ਰਾਜ ਕੋ ਮੰਤਰ ਹਿਤ, ਨਿਰਭੈਤਾ ਦੇ ਸਹਿਤ ਭਾਵ ਅਨਿਆਂ ਕਰਨ ਵਾਲਾ, ਜਿਹੜਾ ਕੋ ਰਾਜ ਖੋਟਾ ਰਾਜ ਆ, ਤੇ ਕੋ ਮੰਤਰ ਜਿਹੜਾ ਖੋਟਾ ਮੰਤਰੀ ਆ, ਹਾਂਜੀ, ਉਹਦੇ ਖੋਟੇ ਮੰਤਰੀ ਦੇ ਤੇ ਖੋਟੇ ਰਾਜ ਦੇ ਹਿੱਤ ਕਹੀਏ ਪ੍ਰੇਮ ਨੂੰ ਹੀ ਤਿਆਗ ਦੇਣਾ ਕਰੋ। ਅਭੈ ਦਾ ਅਰਥ ਹੁੰਦਾ ਨਿਰਭੈ ਹੋਣ ਦੇ ਹਿੱਤ ਕਹੀਏ ਵਾਸਤੇ, ਦੂਜਾ ਅਰਥ ਅਭੈ ਹੋਣ ਦੇ ਵਾਸਤੇ ਨਾ ਖੋਟਾ ਰਾਜ, ਖੋਟੇ ਮੰਤਰੀ ਅਤੇ ਤਜੀਹ ਦੇਸ਼ ਕਲੇਸ਼, ਜਿਹੜਾ ਝਗੜੇ ਕਲੇਸ਼ ਕਹੀਏ ਦੁੱਖ ਝਗੜੇ ਵਾਲਾ ਦੇਸ਼ ਆ, ਉਹਨੂੰ ਤਜੀਹ ਤਿਆਗ ਦੇਣਾ ਕਰੋ, ਛੱਡ ਦਿਓ, ਨਿਝੱਕ ਹੋ, ਠੀਕ ਆ ਜੀ। ਅਭੈ ਕੋ ਰਾਜ ਕੋ ਮੰਤਰ ਹਿਤ, ਸਾਡਾ ਕੋ ਰਾਜ ਖੋਟਾ ਰਾਜਾ ਨਾ, ਬੇਨਿਆਈ ਰਾਜਾ, ਤੇ ਖੋਟਾ ਕੋ ਮੰਤਰ ਖੋਟਾ ਸਲਾਹਕਾਰ ਮੰਤਰੀ, ਇਹਦਾ ਹਿੱਤ ਪ੍ਰੇਮ ਛੱਡ ਦਿਓ, ਤੇ ਤਜੀਹ ਦੇਸ਼ ਕਲੇਸ਼, ਜਿਸ ਦੇਸ਼ ਵਿੱਚ ਕਲੇਸ਼ ਦੁੱਖ ਹੀ ਦੁੱਖ ਹੈ, ਸੁਖ ਸ਼ਾਂਤੀ ਹੋਵੇ ਨਾ, ਇਹਨਾਂ ਸਾਰਿਆਂ ਨੂੰ ਅਭੈ ਨਿਝੱਕ ਹੋ ਕੇ ਤਜੀਹ ਤਿਆਗ ਲੈਣਾ ਕਰੋ, ਇਹ ਕਹਿੰਦੇ। ਦੋਹਰਾ ਦੁਸ਼ਟ ਨਾਰ ਕੇ ਬੋਲ ਤੇ ਦੁਸ਼ਟ ਨਾਰ ਕੇ ਬੋਲ ਤੇ, ਇਹ ਭਾਈ ਦੁਸ਼ਟ ਜਿਹੜੀ ਖੋਟੀ ਵਿਭਚਾਰੀ ਨਾਰ ਇਸਤਰੀ ਆ, ਉਸ ਇਸਤਰੀ ਦੇ ਕੇ ਕਹੀਏ ਦੇ, ਉਸ ਇਸਤਰੀ ਦੇ ਜਿਹੜੇ ਕੌੜੇ ਆ ਵਿਸ਼ਿਆਂ ਵਾਲੇ ਬੋਲ ਆ, ਉਹ ਬੋਲ ਜਿਹੜੇ ਆ, ਵਾਕ ਜਿਹੜੇ ਆ, ਉਹ ਵਾਕਾਂ ਦੇ ਤੇ ਕਹੀਏ ਕਰਕੇ, ਤੇ ਦਾ ਅਰਥ ਕਰਕੇ, ਵਾਕਾਂ ਕਰਕੇ ਅਤੇ 60 ਕਉ ਸਿੱਖਿਆ ਦੇ, ਅਤੇ 60 ਕਹੀਏ ਮੂਰਖ, ਕੋ ਦਾ ਅਰਥ ਨੂੰ ਮੂਰਖ ਨੂੰ ਜਿਹੜੀ ਸਿੱਖਿਆ ਹੈ, ਉਪਦੇਸ਼ ਹੈ, ਦੇ ਕਹੀਏ ਦਿੱਤਿਆਂ ਜਾਂ ਦੇਣ ਕਰਕੇ, ਉਹ ਚੰਗੀ ਗੱਲ ਦੱਸਦੇ ਹਾਂ, ਮੂਰਖ ਨੂੰ ਸਿੱਖਿਆ ਦੇ ਦੇਣ ਕਰਕੇ
ਜਾਂ ਮੂਰਖ ਨੂੰ ਸਿੱਖਿਆ ਦਿੰਦੇ ਹਾਂ। ਨਿੰਦਕ ਕੀ ਸੰਗਤ ਕੀਏ। ਪੁਨः ਫਿਰ ਨਿੰਦਕ ਜਿਹੜਾ ਨਿੰਦਿਆ ਕਰਨ ਵਾਲਾ, ਅਪਕੀਰਤੀ ਕਰਨ ਵਾਲੇ ਮਨੁੱਖ ਦੀ ਜਿਹੜੀ ਸੰਗਤ ਆ, ਮੇਲ ਮਿਲਾਪ ਆ, ਉਹਦੇ ਨਾਲ ਬੈਠਣਾ ਖਲੋਣਾ, ਉਹ ਬੈਠਣ ਖਲੋਣ ਸੰਗਤ ਕੀਏ ਕਈ ਕਾਰਨ ਤੋਂ ਪੰਡਿਤ ਵੀ ਦੋ ਗੱਲੇ। ਕਹਿੰਦੇ ਜਿਹੜਾ ਪੰਡਾ ਤਤ ਬੁੱਧੀ ਵਾਲਾ ਭਾਵ ਵਿਦਵਾਨ ਚਤਰ ਪੁਰਖ ਆ ਨਾ, ਉਹ ਵੀ ਦੁੱਖ ਹੀ ਲੈਂਦਾ ਹੈ, ਪ੍ਰਾਪਤ ਕਰਦਾ। ਬੁਰੀ ਸੰਗਤ ਬੁਰੇ ਕੰਮਾਂ ਦਾ ਬੁਰਾ ਹੀ ਫਲ ਪ੍ਰਾਪਤ ਹੁੰਦਾ। ਜੈਸੇ ਕੋ ਤੈਸਾ ਹੀ ਹੁੰਦਾ। ਦੁਸ਼ਟ ਨਾਰ ਕੇ ਬੋਲਦੇ, ਜਿਹੜੀ ਦੁਸ਼ਟ ਨਾਰ ਹੈ ਨਾ, ਲੜਾਕੀ ਇਸਤਰੀ ਆ, ਉਹਦੇ ਕੌੜੇ ਬੋਲਾਂ ਕਰਕੇ ਤੇ ਸਾਠ ਕੋ ਸਿੱਖਿਆ ਦੇ, ਮੂਰਖ ਨੂੰ ਸਿੱਖਿਆ ਦੇਣ ਕਰਕੇ ਸਮਝਾਇਆ, ਚੰਗੀ ਗੱਲ ਦੱਸਿਆ। ਨਿੰਦਕ ਕੀ ਸੰਗਤ ਕੀਏ, ਤੇ ਭੈੜੇ ਜਿਹੜਾ ਨਿੰਦਿਆ ਕਰਨ ਵਾਲਾ, ਉਲਟੀ ਸੋਚ, ਦੋਸ਼ ਮੜਨ ਵਾਲਾ ਦੂਜਿਆਂ 'ਚ ਬਿਨਾਂ ਗੱਲ ਤੋਂ, ਇਹ ਜੇ ਭੈੜੇ ਮਨੁੱਖਾਂ ਦਾ ਸੰਗਤ ਕੀਏ, ਸੰਗ ਕੀਤਿਆਂ ਕੀ ਕੀਤਿਆਂ, ਜਾਂ ਕਹੀਏ ਇਹ ਕਾਰਨਾਂ ਨਾਲ ਪੰਡਿਤ ਵੀ ਦੁੱਖ ਲੈ। ਜਿਹੜਾ ਪੰਡਿਤ ਨਾ, ਚੰਗਾ ਪੜ੍ਹਿਆ ਲਿਖਿਆ ਵਿਦਵਾਨ ਸੂਝਵਾਨ, ਉਹ ਵੀ ਕਹਿੰਦੇ ਐਜੂਕੇਟਡ ਬੜਾ ਜਿਹੜਾ ਬਣਿਆ ਫਿਰਦਾ, ਵੀ ਦੁੱਖ ਹੀ ਲੈਂਦਾ। ਉਹ ਦੁੱਖ ਹੀ ਲਊਗਾ ਜੇ ਸਿੱਖਿਆ ਦੋ ਇਹਨਾਂ ਨੂੰ। ਏਦਾਂ ਹੀ ਹੁੰਦਾ। ਦੁਸ਼ਟ ਨਾਰ ਦੀ ਗੱਲ, ਜਿਵੇਂ ਯੂਰਪ ਦਾ ਇੱਕ ਬੜਾ ਪ੍ਰਸਿੱਧ ਵਿਦਵਾਨ ਕਵੀ ਮਿਲਟਨ ਹੋਏ ਆ, ਜੋ ਅੱਖਾਂ ਤੋਂ ਸੂਰਮੇ ਸਨ। ਇੱਕ ਵਾਰ ਉਹਨਾਂ ਦੇ ਦੋਸਤਾਂ ਨੇ ਉਹਨਾਂ ਦੀ ਘਰਵਾਲੀ ਦੀ ਬੜੀ ਤਾਰੀਫ ਕੀਤੀ ਕਿ ਤੁਹਾਡੀ ਘਰਵਾਲੀ ਬੜੀ ਸੋਹਣੀ ਹੈ ਜੀ। ਅੱਗੋਂ ਉਹਨਾਂ ਉੱਤਰ ਵਿੱਚ ਕਿਹਾ, ਮੈਂ ਤੁਹਾਡੀ ਗੱਲ ਮੰਨ ਵੀ ਲਵਾਂ ਕਿ ਬੜੀ ਖੂਬਸੂਰਤ ਹੈ, ਪਰ ਮੈਨੂੰ ਤਾਂ ਅੱਜ ਤੱਕ ਉਹਦੇ ਕੰਢੇ ਹੀ ਚੁਭੇ ਬੋਲਾਂ ਕਰਕੇ। ਠੀਕ ਹੈ ਜੀ। ਤੇ ਪੰਡਿਤ ਦੁੱਖ ਲੈਂਦੇ ਹੀ ਆ। ਫਿਰ ਯੂਰਪ ਦਾ ਪ੍ਰਸਿੱਧ ਵਿਦਵਾਨ ਵੇਲੋ ਕੀ ਕਹਿੰਦਾ, ਮੈਨੂੰ ਤੇ ਕੰਢੇ ਚੁਭੇ ਅੱਜ ਤੱਕ, ਤੁਸੀਂ ਕਹਿੰਦੇ ਸੁੰਦਰ, ਉਹਦੇ ਬੋਲਾਂ ਕਰਕੇ ਗਿਆ ਨਾ। ਕਾਲੀਦਾਸ ਜੀ ਵੀ ਬੜੇ ਪ੍ਰਸਿੱਧ ਵਿਦਵਾਨ ਹੋਏ, ਮਹਾਂਪੁਰਸ਼ ਹੋਏ ਆ, ਬੜੇ ਮਿੱਠ ਬੋਲੜੇ ਸੀ, ਵਿਦਵਾਨ ਸਨ, ਪੰਡਾ ਤਤ ਬੁੱਧੀ ਵਾਲੇ ਪੰਡਿਤ ਸਨ, ਪਰ ਉਹਨਾਂ ਦੀ ਘਰਵਾਲੀ ਵੀ ਜਿਹੜੀ ਨਾ, ਬਾਦ ਦਿਮਾਗੀ ਸੀ, ਉਹ ਵੀ ਇਹੋ ਜਿਹੀ ਬੋਲਣ ਵਾਲੀ। ਤੇ 60 ਕੋ ਸਿੱਖਿਆ ਨੇ। ਇਹ ਸਾਰ ਕਿਤਾਬ ਜੋ ਆਉਂਦੀ ਹੈ ਨਾ, ਵਚਨ ਆਉਂਦਾ, ਮੂਰਖ ਕੱਪ ਬਿਨ ਗ੍ਰਹਿ ਕਰੀ, ਝਟਕਾ ਜੋ ਗ੍ਰਹਿਵੰਤ। 13ਵੇਂ ਅਧਿਆਇ 'ਚ ਬਾਂਦਰ ਦੀ ਸਾਖੀ ਆਉਂਦੀ ਹੈ, ਇੱਕ ਛੋਟੀ ਜਿਹੀ। ਤੇ ਇੱਕ ਚਿੜੀ ਸੀ ਤੇ ਉਹਨੇ ਬਾਂਦਰ ਨੂੰ ਮੱਤ ਦਿੱਤੀ, 60 ਕੋ ਸਿੱਖਿਆ ਦੇ। ਮੂਰਖ ਨੂੰ ਸਿੱਖਿਆ ਦੇਣ ਨਾਲ ਕੀ ਹੁੰਦਾ, ਚਾਣਕੇ ਮੁਤਾਬਕ। ਤੇ ਗੱਲ ਵੀ ਸਹੀ। ਜੋ ਠੰਡ ਵਿੱਚ ਦਰਖਤ ਦੀ ਟਾਹਣੀ 'ਤੇ ਬੈਠਾ ਕੰਬ ਰਿਹਾ ਬਾਂਦਰ ਬੜਾ, ਉਹਨੂੰ ਮੱਤ ਦਿੱਤੀ ਬਿਜੜੀ ਜੇ ਚਿੜੀ ਜੀ ਨੇ ਕਿ ਦੇਖ ਬਾਂਦਰ ਵੀਰ, ਤੇਰੇ 2 ਹੱਥ ਆ, 2 ਪੈਰ ਆ, ਤੇਰਾ ਸਰੀਰ ਹੀ ਮਨੁੱਖਾਂ ਵਰਗਾ, ਬੰਦਾ ਲੱਗਦਾ ਤੂੰ, ਤੇਰੇ ਮੁਕਾਬਲੇ ਮੈਂ ਬਿਲਕੁਲ ਨਿੱਕੀ ਜਿਹੀ ਹਾਂ, ਫਿਰ ਵੀ ਮੈਂ ਆਪਣਾ ਘਰ ਬਣਾ ਕੇ ਕਿੱਡਾ ਸੋਹਣਾ ਬੈਠੀ ਹਾਂ। ਤੂੰ ਟਾਹਣੀ 'ਤੇ ਬੈਠਾ ਕੰਬ ਰਿਹਾ, ਆਪਣਾ ਘਰ ਕਿਉਂ ਨਹੀਂ ਬਣਾ ਲੈਂਦਾ? ਵੇ ਮੈਂ ਕਿੰਨਾ ਹੁਣ ਸੁਖੀ ਮੀਂਹ ਪੀਂਦਾ, ਤੂੰ ਕੰਬਣ ਡਿਆ। ਉਸ ਬਿਜਲੀ ਦੀ ਗੱਲ ਸੁਣ ਕੇ ਬਾਂਦਰ ਤੇ ਲੋਹਾ ਲਾਖਾ ਹੋ ਗਿਆ। ਕਹਿਣ ਲੱਗਾ, ਉਹ ਰੰਡੀਏ, ਤੂੰ ਮੈਨੂੰ ਸਿੱਖਿਆ ਦਿੰਦੀ? ਠੀਕ ਹੈ, ਮੈਂ ਆਪਣਾ ਘਰ ਨਹੀਂ ਨਾ ਬਣਾ ਸਕਿਆ, ਮੈਨੂੰ ਇੰਨਾ ਵੀ ਕਮਜ਼ੋਰ ਨਾ ਸਮਝ ਲਵੀਂ ਕਿ ਮੈਂ ਤੇਰਾ ਘਰ ਨਹੀਂ ਢਾਹ ਸਕਦਾ। ਇੰਨਾ ਕਹਿੰਦਿਆਂ ਬਾਂਦਰ ਨੇ ਉਹ ਬਿਜੜੀ ਵਿਚਾਰੀ ਦਾ ਆਲਣਾ ਹੱਥ ਮਾਰ ਕੇ ਤੋੜ ਦਿੱਤਾ, ਉਹਨੂੰ ਵੀ ਘਰੋਂ ਦੇ ਘਰ ਕਰ ਦਿੱਤਾ। ਵੇਖੋ, ਉਹ ਜਿਹੜੀ ਵਿਚਾਰੀ ਪੰਡਿਤ ਵਿਦਵਾਨ ਹੀ ਇੱਕ ਹਿਸਾਬ ਦੀ ਜਿਹੜੀ ਸਿੱਖਿਆ ਦੇਣ ਦੀ ਹੈ, ਤੇ 60 ਕੋ ਸਿੱਖਿਆ ਦੇ ਆਹ ਫਲ ਮਿਲੇ। ਨਿੰਦਕ ਨੂੰ ਵੀ ਸਿੱਖਿਆ ਦੇਣ ਨਾਲ ਅੱਗੋਂ ਉਹ ਵੀ ਅੱਗੋਂ ਗਾਲੀ ਪੈਂਦਾ। ਨਿੰਦਕ ਵੀ ਨਿੰਦਕ ਮਨਮੁਖ ਹੁੰਦਾ, ਚੋਰ ਯਾਰ, ਤੂੰ ਵੀ ਬੁਰਾ ਨਿੰਦਕ ਆ। ਤੇ ਨਿੰਦਕ ਵੀ ਲਿੱਧ ਖਾਂਦਾ, ਦੂਜਿਆਂ ਨੂੰ ਖਵਾਉਂਦਾ। ਸਗੋਂ
ਤੇ ਮਨਮੁਖ ਹੁੰਦਾ, ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ, ਗੁਰਬਾਣੀ ਦੇ ਬਚਨ ਸਮਝਦੇ ਨਹੀਂ ਹੁੰਦੇ ਉਹ ਵੀ। ਤਾਂ ਕਹਿੰਦੇ ਵੀ ਇਹ ਵਿਦਵਾਨ ਲੋਕ ਵੀ ਦੁੱਖ ਲੈਂਦੇ ਆ ਦੁਸ਼ਟ ਇਸਤਰੀ ਤੇ ਬੋਲਾਂ ਕਰਕੇ, ਮੂਰਖ ਨੂੰ ਸਿੱਖਿਆ ਦਿੱਤਿਆਂ ਤੇ ਨਿੰਦਕ ਦੀ ਸੰਗਤ ਕਰਮ। ਤਿੰਨਾਂ ਤੋਂ ਪੰਡਿਤ ਵਿਦਵਾਨ ਹੀ ਦੁੱਖ ਲੈ ਜਾਂਦੇ ਆ। ਸੋ ਕਹੋ ਕਹਿੰਦੇ ਵੀ ਬਚ ਕੇ ਰਹੋ ਇਹਨਾਂ ਤੋਂ। ਦੋਹਰਾ ਦੁਸ਼ਟ ਨਾਰ 60 ਮਿੱਤਰ, ਇਹ ਭਾਈ ਜਿਸ ਦੇ ਘਰ ਵਿੱਚ ਦੁਸ਼ਟ ਦੋ ਇਸ਼ਟ, ਦੋਹਾਂ ਵਿੱਚ ਪ੍ਰੇਮ ਕਰਨ ਵਾਲੀ, ਖੋਟੀ ਬੇਵਿਚਾਰ ਸਿੱਧਾ ਜਿਹਾ ਜਿਹੜੀ ਇਸਤਰੀ ਆ, ਨਾਰਕੀ ਇਸਤਰੀ ਹੈ ਜਿਹਦੇ ਘਰ ਵਿੱਚ 60 ਮਿੱਤਰ, ਫਿਰ ਜਿਸ ਦਾ ਮਿੱਤਰ ਦੋਸਤ ਵੀ ਮੂਰਖੀ ਹੈ ਜਮਾ, ਠਾਗੀ ਨਰਾ, ਔਰ ਸੇਵਕ ਉਤਰ ਦੇ, ਅਤੇ ਆਰ ਕਹੀਏ ਤੇ ਸੇਵਕ ਜਿਹੜਾ ਸੇਵਾ ਕਰਨ ਵਾਲਾ ਨੌਕਰ ਚਾਕਰ ਆ, ਸੇਵਾਦਾਰ, ਉਹ ਵੀ ਉੱਤਰ ਦੇ ਜਵਾਬ ਹੀ ਦੇਣਾ ਕਰਦਾ, ਜਵਾਬ ਹੀ ਦੇਣ ਵਾਲਾ ਰੱਖਿਆ। ਚਾਕਰ ਲੱਗੇ ਚਾਕਰੀ, ਨਾਲੇ ਗਾਰ ਬਵਾਦ, ਜ਼ਬਾਨ ਬੜੀ ਚਲਾਉਂਦਾ। ਸਰਪ ਵਸੈ ਜੇ ਘਰ ਵੇਖਣ, ਫਿਰ ਕਹਿੰਦੇ ਜੇ ਕਹੀਏ ਜਿਸ ਘਰ ਦੇ ਵਿਖੇ ਕਹੀਏ ਵਿੱਚ, ਜਿਸ ਘਰ ਵਿੱਚ ਸਰਪ ਵਸੈ, ਸੱਪ ਵਸਦਾ ਹੈ, ਰਹਿੰਦਾ ਹੈ, ਵੜ ਗਿਆ ਮਤਲਬ ਆ ਗਿਆ ਘਰ 'ਚ ਹੀ, ਉੱਥੇ ਰਹਿੰਦਾ। ਇੱਕ ਦਿਨ ਮ੍ਰਿਤ ਕਰੇ, ਕਹਿੰਦੇ ਆ ਵੀ ਜਾਣ ਕੇ ਰਿਸ਼ੀ ਜੀ ਵੀ ਇਹ ਚਾਰੋਂ ਜਿਹੜੇ ਨਾ ਬੜੇ ਮਾੜੇ, ਇਹ ਚਾਰੋਂ ਇੱਕ ਦਿਨ ਆਦਮੀ ਨੂੰ ਜ਼ਰੂਰ ਮ੍ਰਿਤ, ਉਹਦੀ ਮੌਤ ਜਿਹੜੀ ਕਰੇ ਕਾਰੀ ਦੇਣਗੇ। ਇੱਕ ਦਿਨ ਜ਼ਰੂਰ ਮੌਤ ਦੇ ਘਾਟ ਤਾਰ ਦੇਣਗੇ। ਵਿਭਚਾਰ ਇਸਤਰੀ ਦਾ ਕੋਈ ਧਰਮ ਨਹੀਂ ਹੈ, ਕਿਉਂਕਿ ਬਾਹਰ ਫਿਰ ਆਪਣੇ ਨੂੰ ਛੱਡ ਕੇ ਬਾਹਰ ਧੱਕੇ ਖਾਂਦੀ ਫਿਰਦੀ, ਉਹਦਾ ਉੱਥੇ ਮੋਹ ਪਿਆ। ਖੋਟਾ ਮਿੱਤਰ ਵੀ ਬੇਈਮਾਨੀ ਕਰ ਸਕਦਾ, ਸੇਵ ਧੋਖਾ ਦੇ ਸਕਦਾ, ਨੌਕਰ ਉੱਤਰ ਦਿੰਦਾ ਉਹ ਜ਼ਹਿਰ ਦੇ ਸਕਦਾ ਕਿ ਖਾਣੇ ਪੀਣੇ 'ਚ, ਸੱਪ ਦੇ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਇੱਕ ਦਿਨ ਜ਼ਰੂਰ ਮ੍ਰਿਤੂ ਜਿਹੜਾ ਹੈ ਇਹ ਕਾਰੀ ਦੇਂਦੇ ਬੰਦੇ ਦੀ ਹੋ ਹੀ ਜਾਂਦੀ। ਮਤਲਬ ਇਹਨਾਂ ਨੂੰ ਨਾ ਸੁੱਖ ਤੇ ਕੋਈ ਇਹਨਾਂ ਤੋਂ ਹੈ ਨਹੀਂ, ਦੁੱਖ ਮਿਲਦਾ ਛੱਡ ਹੀ ਦੇਣੇ ਚਾਹੀਦੇ। ਢਾਹ ਦੇ ਨੌਕਰ ਜਿਹੜਾ ਜ਼ਬਾਨ ਚਲਾਉਂਦਾ, ਇਸਤਰੀ ਜਿਹੜੀ ਮਾੜੀ ਹੈ ਨਾ, ਮਤਲਬ ਛੱਡ ਦੇਣਾ ਚਾਹੀਦਾ, ਉਹਦਾ ਕੋਈ ਫਾਇਦਾ ਨਹੀਂ ਹੈ। ਮੂਰਖ ਮਿੱਤਰ ਨੂੰ ਛੱਡ ਦਿਓ, ਸੱਪ ਨੂੰ ਘਰੋਂ ਕੱਢ ਦਿਓ ਜਾਂ ਮਾਰ ਦਿਓ, ਹੋਰ ਕੋਈ ਹੱਲ ਨਹੀਂ ਸੁੱਖ ਦਾ, ਨਹੀਂ ਤੇ ਮੌਤ ਕਰ ਦੇਣਗੇ। ਨਹੀਂ ਤੇ ਇੱਕ ਦਿਨ ਮ੍ਰਿਤ ਕਰੇ ਮੌਤ ਹੀ ਕਰੇਗੀ ਇਹ ਚਾਰੇ ਜਾਣੇ। ਦੋਹਰਾ ਨਾਰ ਹੋਏ ਪਰ ਪੁਰਖ ਰਤ, ਹੋਰ ਖੋਲ ਰਹੇ। ਇਹ ਭਾਈ ਜੇਕਰ ਕਿਸੇ ਦੀ ਨਾਰ ਜਿਹੜੀ ਇਸਤਰੀ ਆ, ਇਸਤਰੀ ਦੀ ਉਹ ਪਰ ਪੁਰਖੇ ਨਾਲ ਰੱਤੀ ਕਹੀਏ ਪ੍ਰੀਤੀ ਹੋਏ ਹੋ ਜਾਵੇ, ਪਤੀ ਪਤਾ ਧਰਮ ਤੋਂ ਉਲਟ ਵਿਭਚਾਰਨ ਹੋ ਜਾਵੇ, ਦੂਜੇ ਮਨੁੱਖ ਨਾਲ ਉਹਦਾ ਪ੍ਰੇਮ ਹੋ ਜਾਵੇ ਨਾ, ਰੱਤ ਕਹੀਏ ਪ੍ਰੇਮ ਹੋ ਜਾਏ ਨਾਰ ਇਸਤਰੀ ਦਾ, ਦੁਸ਼ਟ ਵਸੈ ਘਰ ਮਾਹੇ, ਅਤੇ ਘਰ ਦੇ ਵਿੱਚ ਦੁਸ਼ਟ ਭੈੜੇ ਸੁਭਾਅ ਵਾਲਾ ਵਿਭਚਾਰ ਮਾੜਾ ਹੀ ਕੋਈ ਪੁਰਖ ਵਸਦਾ ਹੋਵੇ। ਇਹ ਦੋ ਤਰ੍ਹਾਂ ਦਾ ਪਾਠ ਲਿਖਿਆ, ਬੱਬੇ ਨਾਲ ਵੀ ਵਸੈ ਤੇ ਵਾਵੇ ਨਾਲ ਵਸੈ, ਗੱਲ ਇੱਕੋ ਹੀ ਆ। ਜਿਹੜਾ ਮਰਜੀ ਪਾਠ, ਮਾੜਾ ਪੁਰਖ ਆ ਵਸੇ, ਦੁਸ਼ਟ ਪੁਰਖ ਘਰ ਵਿੱਚ ਆ ਵਸੇ। ਮਤਲਬ ਪਰਾਏ ਪੁਰਖਾਂ ਨਾਲ ਪ੍ਰੀਤੀ ਕਰਨ ਵਾਲੀ ਜਿਹੜੀ ਇਸਤਰੀ ਦੀ ਉਹ ਔਰਤ ਨਹੀਂ, ਬਲਕਿ ਘਰ ਦੇ ਵਿੱਚ ਇੱਕ ਦੁਸ਼ਟ ਵਸਿਆ ਘਰ ਮਾਇਆ, ਤੇ ਦੁਸ਼ਟੀ ਘਰ ਵਿੱਚ ਮਾਨੋ ਵਸ ਰਿਹਾ। ਠੀਕ ਹੈ ਜੀ। ਨਦੀ ਤੀਰ ਕੇ ਖੇਤ ਕੋ,
ਨਦੀ ਦੇ ਕੰਢੇ ਦੇ ਪਾਸ ਵਾਲੇ ਖੇਤ, ਜਿਉਂ ਕਹੀਏ ਕੋ ਦਾ ਅਰਥ ਨਦੀ ਦੇ ਕੰਢੇ ਫਸਲ ਬੀਜੀ ਹੋਏ, ਨਦੀ ਤੀਰ ਕੇ ਖੇਤ ਕੋ। ਜਿਹੜਾ ਨਦੀ ਦੇ ਤੀਰ ਕਿਨਾਰੇ ਦੇ ਉੱਤੇ ਖੇਤ ਆ ਨਾ, ਤੇ ਉਹ ਖੇਤ ਦੇ ਵਿੱਚ ਫਸਲ ਬੀਜੀ ਹੋਏ, ਬੀਜ ਬੀਜਿਆ ਹੋਵੇ, ਉਸ ਖੇਤ ਕੋ ਦਾ ਅਰਥ ਨੂੰ, ਜਾਂ ਉਸ ਖੇਤ ਦਾ ਜਿਹੜਾ ਨਦੀ ਦੇ ਕਿਨਾਰੇ ਤੇ ਆ ਉਹ ਖੇਤ ਦਾ ਬੀਜਣਾ ਆ, ਜਾਂ ਉਹ ਖੇਤ ਨੂੰ ਤੇ ਭਾਈ ਜਿਹਦੇ ਵਿੱਚ ਫਸਲ ਬੀਜੀ ਆ, ਕਛੂ ਭਰੋਸਾ ਨਾ ਹੈ। ਇਹਨਾਂ ਦਾ ਵੀ ਕੋਈ ਭਾਈ ਯਕੀਨ ਨਹੀਂ ਕਦੋਂ ਧੋਖਾ ਦੇ ਜਾਣ। ਠੀਕ ਆ ਜੀ। ਕਛੂ ਭਰੋਸਾ ਨਹੀਂ, ਇਹਨਾਂ ਉੱਪਰ ਕੁਝ ਵੀ ਵਿਸ਼ਵਾਸ ਨਾ ਹੈ। ਕਛੂ ਭਰੋਸਾ ਨਹੀਂ, ਕੁਝ ਵੀ ਅਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਜਾਂ ਕਛੂ ਭਰੋਸਾ ਨਾ, ਇਹਨਾਂ ਦਾ ਕੋਈ ਯਕੀਨ ਨਹੀਂ ਵੀ ਕਦੋਂ ਧੋਖਾ ਦੇ ਜਾਣ। ਹੈ ਜਿਹੜਾ ਨਦੀ ਦੇ ਕਿਨਾਰੇ ਖੇਤ ਆ, ਉਹਦਾ ਕਾਹਦਾ ਭਰੋਸਾ ਕਦੋਂ ਪਾਣੀ ਦਾ ਢਾਹ ਲੱਗ ਜਾਵੇ ਤੇ ਖੇਤ ਰੁੜ ਜਾਵੇ। ਜਿਹੜੀ ਇਸਤਰੀ ਦੂਸਰੇ ਨਾਲ ਪ੍ਰੇਮ ਕਰਦੀ ਆ, ਉਹ ਬੇਵਿਚਾਰ ਇਸਤਰੀ ਦਾ ਕੋਈ ਭਰੋਸਾ ਨਹੀਂ। ਆਪਣੀ ਮਤਲਬ ਵਾਸਤੇ ਕਦੋਂ ਦਾਓ ਘਾਓ ਮਾਰ ਕੇ ਭੱਜ ਜਾਵੇ, ਜਾਂ ਕਿੰਨੇ ਕੇਸ ਹੁੰਦੇ ਆਪਣੇ ਘਰ ਵਾਲ ਨੂੰ ਮਾਰ ਦਿੰਦੀਆਂ ਇਸਤਰੀਆਂ ਇਹੋ ਜਿਹੀਆਂ। ਉਹਦੇ ਦੁਸ਼ਟ ਵਸੈ, ਘਰ ਵਿੱਚ ਦੁਸ਼ਟ ਪੁਰਖ ਵਸਦਾ ਹੋਵੇ, ਭਾਵੇਂ ਉਹ ਆਪਣਾ ਕਿਉਂ ਨਾ ਹੋਵੇ। ਕਛੂ ਭਰੋਸਾ ਨਾ ਹੈ ਨਾ ਤੋਂ, ਇਹਦਾ ਕੋਈ ਯਕੀਨ ਨਹੀਂ ਆ। ਸੁਚੇਤ ਰਹਿਣਾ ਚਾਹੀਦਾ ਵਾ, ਇਹ ਕਦੋਂ ਧੋਖਾ ਦੇ ਸਕਦੇ, ਇਹਨਾਂ ਦਾ ਕੋਈ ਯਕੀਨ ਨਹੀਂ। ਨਦੀ ਤੀਰ ਕੇ ਖੇਤ ਜੀ, ਇੱਕ ਪਾਠ ਜਿਉਂ ਵੀ ਹੈਗਾ। ਨਦੀ ਤੀਰ ਕੇ ਖੇਤ ਕੋ, ਤਿੰਨ ਤੇ ਚੀਜ਼ਾਂ ਨਾ ਵੀ ਨਾਰ ਇਸਤਰੀ ਦਾ ਪਰਾਏ ਪੁਰਖਾਂ ਨਾਲ ਪ੍ਰੇਮ ਹੋਵੇ, ਦੁਸ਼ਟ ਘਰ ਵਿੱਚ ਵਸਦਾ ਹੋਵੇ, ਜਾਂ ਜਿਹੜੀ ਇਸਤਰੀ ਦਾ ਪਰਾਏ ਪੁਰਖਾਂ ਨਾਲ ਪ੍ਰੇਮ ਆ, ਬਾਹਰ ਖੇ ਖਾਂਦੀ ਆ ਤੇ ਦੁਸ਼ਟ ਵਸੈ ਘਰ ਮਾਇਆ, ਉਹ ਘਰ ਵਿੱਚ ਦੁਸ਼ਟ ਵਸਦੀ ਆ। ਕਹਿੰਦੇ ਇਹਦਾ ਤੇ ਕਛੂ ਭਰੋਸੇ ਨਾਲ ਕੋਈ ਯਕੀਨ ਨਹੀਂ ਆ। ਇਹ ਤੇ ਨਦੀ ਤੀਰ ਕੇ ਖੇਤ ਜਿਉਂ, ਜੇ ਪਾਠ ਅੰਤਰ ਭੇਦ ਆ। ਨਦੀ ਤੀਰ ਕੇ ਖੇਤ ਜਿਉਂ, ਜਿਉਂ ਵੀ ਉਹ ਜਿਵੇਂ ਨਦੀ ਦੇ ਕਿਨਾਰੇ ਖੇਤ ਹੁੰਦਾ ਨਾ, ਉਹ ਤੇ ਕੋਈ ਬੁਨਿਆਦ ਨਹੀਂ, ਇਸੇ ਤਰ੍ਹਾਂ ਇਹਨਾਂ ਦਾ ਕੋਈ ਭਰੋਸਾ ਨਹੀਂ। ਨਦੀ ਤੀਰ ਕੇ ਖੇਤ ਕੋ, ਨਦੀ ਤੀਰ ਕੇ ਖੇਤ ਕੋ, ਨਦੀ ਦੇ ਤੀਰ ਕਹੀਏ ਕਿਨਾਰੇ ਦੇ ਖੇਤ ਦਾ ਜਿਵੇਂ ਭਰੋਸਾ ਨਹੀਂ ਨਾ, ਇਸ ਤਰ੍ਹਾਂ ਉਹਦਾ ਕੋਈ ਭਰੋਸਾ ਨਹੀਂ ਹੈ। ਇਹ ਗੱਲ ਚਾਣਕੇ ਰਿਸ਼ੀ ਜੀ ਜਿਹੜੀ ਆ ਉਹ ਕਹਿ ਰਹੇ। ਧਨ ਰਾਖੇ ਅਪਦਾਰਥ ਅਰਥ, ਧਨ ਰਾਖੇ ਅਪਦਾ ਅਰਥ। ਇਹ ਭਾਈ ਧਨ ਰਾਖੇ ਅਪਦਾਰਥ, ਇਹ ਭਾਈ ਧਨ ਦੌਲਤ ਨੂੰ ਆਪਦਾ ਬਿਪਤਾ ਦੇ ਸਮੇਂ ਵਰਤਣ ਦੇ ਅਰਥ ਕਹੀਏ ਵਾਸਤੇ ਇਕੱਤਰ ਕਰਕੇ ਰਾਖਿਆ ਰੱਖਣਾ ਕਰੇ। ਧਨ ਕਰ ਰਾਖੈ ਨਾਰ, ਅਤੇ ਧਨ ਕਰ ਕਹੀਏ ਕਰਕੇ ਇਸਤਰੀ ਦੀ ਰੱਖਿਆ ਕਰੇ। ਸਦ ਆਪਣੀ ਰੱਛਾ ਕਰੇ, ਤੇ ਧਨ ਤੇ ਆਪਣੀ ਸਦਾ ਹੀ ਰੱਖਿਆ ਕਰੇ। ਧਨ ਨਾਰੀ ਹਿਤਕਾਰ, ਹਿਤ ਪ੍ਰੇਮ ਕਰਨ ਵਾਲੀ ਨਾਰ ਇਸਤਰੀ ਨਾਲੋਂ ਸਦਾ ਹੀ ਆਪਣੀ ਰੱਖਿਆ ਕਰਨਾ ਕਰੇ।
ਵੀ ਗ੍ਰਹਿਸਥੀ ਪੁਰਖ ਨੂੰ ਖਰਚ ਤੋਂ ਬਚਾ ਕੇ ਥੋੜ੍ਹਾ ਬਹੁਤ ਧਨ ਜ਼ਰੂਰ ਇਕੱਤਰ ਕਰਨਾ ਚਾਹੀਦਾ, ਜੋ ਕਿਸੇ ਬਿਪਤਾ ਦੇ ਸਮੇਂ ਕੰਮ ਆ ਸਕੇ। ਫਿਰ ਧਨ ਨਾਲੋਂ ਜ਼ਿਆਦਾ ਆਪਣੀ ਇਸਤਰੀ ਤੇ ਪਰਿਵਾਰ ਆਦਿ ਦੀ ਰੱਖਿਆ ਕਰਨੀ ਚਾਹੀਦੀ। ਇਹ ਕਹਿਣ ਦਾ ਮਤਲਬ ਹੈ ਧਨ ਤੇ ਇਸਤਰੀ ਨਾਲੋਂ ਆਪਣੀ ਰੱਖਿਆ ਕਰਨੀ ਰਾਜਨੀਤੀ ਵਿੱਚ ਬਹੁਤ ਵੱਡੀ ਸਮਝਦਾਰੀ, ਕਿਉਂਕਿ ਜੇਕਰ ਆਪਣਾ ਸਰੀਰ ਆ ਤਾਂ ਸਾਰੇ ਪਦਾਰਥ ਮੁੜ ਪ੍ਰਾਪਤ ਹੋ ਸਕਦੇ। ਤਾਂ ਕਰਕੇ ਕਹਿੰਦੇ ਆ ਵੀ ਧਨ ਰੱਖ ਆਪਦਾ ਰੱਖ। ਦੁੱਖ ਤਕਲੀਫ, ਆਪਦਾ ਬਿਪਤਾ ਦੁੱਖ ਤਕਲੀਫ ਦੇ ਦੀ ਲੋੜ ਪੈ ਜਾਂਦੀ ਮਾਇਆ ਦੀ, ਇਸ ਲਈ ਜਿਹੜੀ ਦੌਲਤ ਆ ਧਨ ਆ ਉਹਨੂੰ ਸਾਂਭ ਕੇ ਰੱਖਣਾ ਰੱਖੇ। ਠੀਕ ਹੈ, ਧਨ ਘਰ ਰਾਖਿਆ ਨਾਲ, ਤੇ ਧਨ ਕਰਕੇ ਹੀ ਇਸਤਰੀ ਜਿਹੜੀ ਰੱਖੀ ਜਾ ਸਕਦੀ ਆ। ਨਹੀਂ ਤਾਂ ਜਦੋਂ ਦੇਖੇ ਵੀ ਹੈ ਨਹੀਂ ਕੱਖ ਤੇ ਫਿਰ ਉਹ ਭੱਜਣਾ ਸ਼ੁਰੂ ਕਰ ਦਿੰਦੀ, ਮੈਂ ਕੀ ਇੱਥੇ ਕਰਨਾ। ਤੇ ਧਨ ਮਤਲਬ ਬਿਪਤਾ ਵਾਸਤੇ ਰੱਖੇ, ਤੇ ਧਨ ਕਰਕੇ ਜਿਹੜੇ ਆ ਇਸਤਰੀ ਨੂੰ ਰੱਖੇ, ਫਿਰ ਹੀ ਰਾਖਿਆ ਰੱਖੀ ਜਾ ਸਕਦੀ। ਮਤਲਬ ਵਿਰਲੇ ਜਿਹੜੇ ਧਨ ਕਰਕੇ ਧਰਨ ਤੋਂ ਬਿਨਾਂ ਵੀ ਭਾਦੀ ਵਰਤਾ ਧਰਨ ਵਾਲੀਆਂ ਰਹਿ ਜਾਂਦੀਆਂ, ਨਹੀਂ ਤੇ ਕਹਿੰਦੇ ਮੈਂ ਖਾਣਾ ਕੀ ਨਿਕਲ ਜਾਂਦੀਆਂ। ਇਸ ਕਰਕੇ ਧਨ ਭਾਵ ਰੱਖੇ ਤੇ ਧਨ ਕਰਕੇ ਇਸਤਰੀ ਨੂੰ ਪਾਲ ਕੇ ਰੱਖਿਆ ਕਰੇ। ਸਦ ਆਪਣੀ ਰਚਿਆ ਕਰੇ, ਸਦ ਆਪਣੀ ਰੱਛਾ ਕਰੇ। ਤੇ ਭੀੜ ਸਮੇਂ ਧਨ ਇਸਤਰੀ ਤੋਂ ਵੀ ਆਪਣੀ ਰੱਖਿਆ ਕਰੇ। ਧਨ ਨਾਰੀ, ਧਨ ਤੇ ਨਾਰੀ ਜਿਹੜੀ ਇਸਤਰੀ ਆ ਉਹਦਾ ਹਿਤਕਾਰ ਕਰਨ ਵਾਲਾ, ਪ੍ਰੇਮ ਕਰਨ ਵਾਲਾ। ਜਿਹੜੀ ਨਾਰੀ ਨਾ ਹਿੱਤ ਕਰਨ ਵਾਲੀ, ਪ੍ਰੇਮ ਕਰਨ ਵਾਲੀ ਤੇ ਧਨ ਹੈ ਉਹਨਾਂ ਤੋਂ ਸਦਾ ਆਪਣੀ ਰੱਛਿਆ ਕਰੇ। ਠੀਕ ਆ ਜੀ, ਕਿਉਂਕਿ ਜੇ ਆਪ ਤੇ ਵੇਖੋ ਧਨ ਵੀ ਕਮਾ ਲਾਂਗੇ ਤੇ ਨਾਰੀ ਤੋਂ ਹੀ ਵੱਧ ਆਪਣੀ ਰੱਖਿਆ ਤਾਂ ਕਰਨੀ ਆ। ਵੀ ਜੇ ਨਾਰੀ ਚਲੋ ਹਿੱਤ ਕਰਦੀ ਆ, ਚੜ੍ਹਾਈ ਕਰ ਜੇ, ਜੇ ਆਪਾਂ ਚੰਗੇ ਭਲੇ ਹਾਂ ਤੇ ਫਿਰ ਵਿਆਹ ਹੋ ਸਕਦਾ। ਇਸ ਕਰਕੇ ਮਤਲਬ ਰਾਜਨੀਤੀ ਮੁਤਾਬਕ ਆਪਣੀ ਰੱਛਾ ਇਹਨਾਂ ਤੋਂ ਹੀ ਜ਼ਿਆਦਾ ਕਰੇ, ਇਹ ਕਹਿਣ ਦਾ ਮਤਲਬ ਆ। ਸੋ ਇੱਥੇ ਅੱਜ ਸਮਾਪਤੀ ਕਰੀਏ। ਹੁਣ 10 ਜਿਹੜੇ ਹੋ ਚੁੱਕੇ ਆ ਦੋਹਰੇ, ਬਾਕੀ ਆਪਾਂ ਕੱਲ੍ਹ ਪੜ੍ਹਾਂਗੇ। ਹੁਣ ਇੱਥੇ ਸਮਾਪਤੀ। ਧਨ ਰਾਖੈ ਅਪਦਾਰਥ, ਧਨ ਕਰ ਰਾਖੈ ਨਾਰ, ਸਦ ਆਪਣੀ ਰੱਛਾ ਕਰੈ, ਤਹ ਨਾਰੀ ਹਿਤਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।